चक्र चिन्ह अर वर्ण जात अर पात निहन जेह रूप रंग अर रेख पेख को कह न सकत केहे अचल मूरत अनुभव प्रकाश अमितो की जय कोटि इंद्रान साहे साहान गिनि जय तिरपवन मिहीप सुर नर असुर नेत नेत बन तिरन कहत वै सर्वनाम कसै कवन कर्म नाम वर्णत समत अस कृपान खंडो खड़ग तुबक तवरी अरती सब सरोही सहती जह हमारा पीर पीर तुही सती तुही तवर तरवार नाम तिहारो जो जपै पै सिंध पव पार काल तुही काली तुही तेगी आरती तुही निशानी जीत की आज तुही जगबीर खड़ग केत मैं शरण तिहारी आप हास लिहु उभारी सर्व ठौर मोह सहाई दुष्ट दोख ते लिहु बचाई नमस्कार श्री खड़ग को करो सोहित चितलाय पूर्ण करो ग्रंथ से तुम करो सहाय मुकुचरा शास्त्र खट पिंग गिरन चढ़ जाय अंध लखै बदरो सुनै जो काल कृपा कराय कहाँ बुद्ध प्रवतुष्य हमारी बर न सकै महिमा जो तिहारी हम न सकत करो सिफत तुम्हारी आप लिहो तुम कथा सुधारी हम न सकत कारो सिफत तुम्हारी जैसो सा आप लिहो तुम कथा सुधारी। वाहेगुरु साहिब जीओ सुखदा बृद्ध छंद के काछै काछ धारी है के राजा अधिकारी है के भाग के सुहाग हैं के रंगो अनराग हैं
ਸੁਖ ਦਾ ਬ੍ਰਿਧ ਛੰਦ ਕੇ ਕਾਛੈ ਕਾਛ ਧਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਜੁਗੋ ਜੁਗੋ ਅਟਲ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥੀ ਸਾਹਿਬਾਨ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੀ ਵੀ ਆਪਾਂ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਵਿਸ਼ਨੂੰ ਦਾ 24ਵਾਂ ਅਵਤਾਰ, ਜੋ ਕਲਯੁਗ ਦੇ ਅਖੀਰ ਦੇ ਸਮੇਂ ਵਿੱਚ ਜਿਸਦਾ ਨਾਮ ਕਲਕੀ ਜਾਂ ਨਹਿ ਕਲੰਕ ਉਸਨੇ ਹੋਣਾ ਹੈ, ਉਹ ਆਪਣੀ ਬਾਣੀ ਦੁਆਰਾ ਉਹਦਾ ਸਾਰਾ ਕੁਝ ਹੀ ਪ੍ਰਸੰਗ ਲਿਖ ਕੇ ਸਾਨੂੰ ਬਖਸ਼ਿਆ ਹੈ। ਉਹ ਆਪਾਂ ਬਾਣੀ ਵਿੱਚੋਂ ਹੀ ਸਾਰਾ ਪ੍ਰਸੰਗ ਪੜ੍ਹ ਸੁਣ ਰਹੇ ਸੀ। ਕਾਫੀ ਪ੍ਰਸੰਗ ਆਪਾਂ ਇਹ ਪੜ੍ਹ ਸੁਣ ਲਏ। ਅੱਜ ਅਖੀਰ ਲਈ ਪ੍ਰਸੰਗ ਹੈ। ਸੋ ਇਹ ਸਾਰਾ ਕੁਝ ਜਿਹੜਾ ਪ੍ਰਸੰਗ ਹੈ ਆਪ ਜੀ ਨੇ ਵਿਸ਼ੇਸ਼ ਕਰਕੇ ਭਵਿੱਖਤ ਪੁਰਾਣ ਵਿੱਚੋਂ ਲਿਆ ਹੈ। ਜਿਹੜਾ ਕੁਝ ਭਵਿੱਖਤ ਪੁਰਾਣ ਵਿੱਚ ਨਹੀਂ ਲਿਖਿਆ ਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਅਨਪੜ੍ਹ ਨਾਮ ਲਈ ਲਿਖ ਕੇ ਸਾਨੂੰ ਬਖਸ਼ਿਆ ਹੈ। ਕਲਕੀ ਨੇ ਦੁਸ਼ਟਾਂ ਨੂੰ ਮਾਰਨਾ, ਜੰਗ ਯੁੱਧ ਕਰਨਾ, ਰਾਜ ਭਾਗ ਕਰਨਾ ਤਾਂ ਸਭ ਕੁਛ ਲਿਖਿਆ ਹੈ, ਪਰ ਕਲਕੀ ਨੂੰ ਕਿਹਨੇ ਮਾਰਨਾ ਹੈ ਇਹ ਨਹੀਂ ਭਵਿੱਖਤ ਪੁਰਾਣ ਵਿੱਚ ਲਿਖਿਆ। ਫਿਰ ਕਲਕੀ ਤੋਂ ਬਾਅਦ ਕਿਹੜਾ ਇੱਥੇ ਰਾਜ ਭਾਗ ਕਰੂਗਾ, ਉਹਦਾ ਕੀ ਨਾਂ ਹੈ ਉਹ ਵੀ ਮਹਾਰਾਜ ਨੇ ਲਿਖ ਦਿੱਤਾ ਹੈ। ਫਿਰ ਉਹਨੂੰ ਕੌਣ ਮਾਰੂਗਾ ਇਹ ਨਹੀਂ ਭਵਿੱਖਤ ਪੁਰਾਣ ਵਿੱਚ ਲਿਖਿਆ। ਵੀ ਕਲਕੀ ਨੂੰ ਮਾਰਨ ਵਾਲੇ ਦਾ ਨਾਂ ਨਹੀਂ ਲਿਖਿਆ, ਕਲਕੀ ਨੇ ਕਿਵੇਂ ਮਰਨਾ ਇਹ ਨਹੀਂ ਲਿਖਿਆ, ਤੇ ਕਲਕੀ ਨੂੰ ਮਾਰਨ ਵਾਲੇ ਨੇ ਕਿਹਨੇ ਮਾਰਨਾ ਹੈ ਉਹ ਨਹੀਂ ਲਿਖਿਆ ਹੈ। ਇਹ ਕੁਛ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਅਨੁਭਵ ਨਾਲ ਸਾਨੂੰ ਲਿਖ ਕੇ ਪਹਿਲਾਂ ਬਖਸ਼ਿਆ ਹੈ। ਇਹ ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਾਂ ਸੁਣਾਂਗੇ, ਵਿਚਾਰਾਂਗੇ, ਇਹੋ ਜਿਹਾ ਜਿਹੜਾ ਕੋਈ ਭਵਿੱਖ ਸਮੇਂ ਵਿੱਚ ਕੁਛ ਹੋਣਾ ਹੈ ਉਹਦੀ ਵਾਕਫੀ ਸਾਨੂੰ ਮਹਾਰਾਜ ਦੀ ਬਾਣੀ ਵਿੱਚੋਂ ਹਾਸਲ ਹੋ ਸਕੂਗੀ। ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਵਿਚਾਰ ਕਿਤੇ ਸੁਣੀ ਨਹੀਂ ਹੈ, ਜਾਂ ਜਿਨ੍ਹਾਂ ਨੇ ਮਹਾਰਾਜ ਦੀ ਬਾਣੀ ਕਿਤੇ ਮੁੱਢ ਤੋਂ ਲੈ ਕੇ ਅਖੀਰ ਤੱਕ ਨਹੀਂ ਪੜ੍ਹੀ, ਐਵੇਂ ਅਖਬਾਰਾਂ ਵਿੱਚੋਂ 517 ਜੀਆਂ ਉਹ ਕੁਝ ਪ੍ਰਕਰਨ ਅਨੁਸਾਰ ਜਿਹੜੀਆਂ ਮਹਾਰਾਜ ਨੇ ਲਿਖ ਦਿੱਤੀਆਂ, ਕਿਉਂਕਿ ਜਿਹੜੇ ਕੋਈ ਮਹਾਨ ਕਵੀ ਹੁੰਦੇ ਹੈ, ਚੂੜਾਮਣੀ ਕਵੀ ਹੁੰਦੇ ਹੈ, ਅਨੁਭਵੀ ਕਵੀ ਹੁੰਦੇ ਹੈ, ਉਹ ਜਦੋਂ ਕੋਈ ਕਾਵਿ ਦੇ ਨਿਯਮਾਂ ਦੇ ਜਿਹੜੇ ਕੋਈ ਉਹ ਅਸੂਲ ਬੰਨੇ ਹੋਏ ਹੈ ਉਸ ਨੂੰ ਅਪਣਾਉਂਦੇ ਹੋਏ ਫਿਰ ਉਹ ਸਾਰਾ ਕੁਛ ਹੀ ਕਹਿ ਜਾਂਦੇ ਹੈ। ਜਿਵੇਂ ਜਦੋਂ ਵੀਰ ਰਸ ਦੇ ਸੰਬੰਧ ਵਿੱਚ ਕੁਝ ਕਹਿਣਾ ਹੈ, ਫਿਰ ਵੀਰ ਰਸੀ ਗੱਲਾਂ ਵੀ ਇਹੋ ਜਿਹੀਆਂ ਕਹਿ ਦੇਣੀਆਂ ਕਵੀ ਨੇ। ਉਹ ਆਤਮਪੂਆ ਅਲੰਕਾਰ ਦੇ ਵਿੱਚ ਇਹ ਜਿਹੜੀ ਆਤਮਪੂਆ ਹੁੰਦੀ ਹੈ ਉਹ ਇੱਕ
अलंकार है। वो गल भावें यथार्थ होवे ना होवे, ਉਹਦੀ ਮਹਾਨਤਾ ਕਹਿਣ ਵਾਸਤੇ ਉਹ ਅਲੰਕਾਰ ਰਾਹੀਂ ਉਹਦੀ ਉਪਮਾ ਦੇ ਦੇਣੀ। ਜਿਵੇਂ ਕਿਸੇ ਨੂੰ ਮਹਾਨ ਕਹਿਣ ਵਾਸਤੇ ਅਸੀਂ ਉਪਮਾ ਕਹਿ ਦਈਏ ਵੀ ਇਹ ਤਾਂ ਐਡਾ ਬੜਾ ਬਲੀ ਹੈ, ਇਹ ਤਾਂ 10-20 ਹਾਥੀਆਂ ਨੂੰ ਚੱਕ ਕੇ ਮਾਰ ਦੂ। ਇੱਕ ਉਪਮਾ ਹੀ ਹੈ ਉਹਦੀ। ਉਹਦਾ 10-20 ਹਾਥੀਆਂ ਨੂੰ ਚੱਕ ਕੇ ਨਹੀਂ ਮਾਰ ਸਕਦਾ, ਹਾਥੀ ਤੁਹਾਨੂੰ ਮਾਰ ਦੇਣਗੇ ਚੱਕ ਕੇ। ਔਰ ਉਹ ਹੱਥ ਉਪਮਾ ਅਲੰਕਾਰ ਵਿੱਚ ਜਦੋਂ ਕੋਈ ਕਵੀ ਕਹੂਗਾ ਨਾ ਕਿਸੇ ਦੇ ਬਲ ਦੀ ਸ਼ਕਤੀ ਦੀ ਕਥਾ, ਉਦੋਂ ਇਹੋ ਜਿਹੇ ਉਹ ਅਲੰਕਾਰ ਵਿੱਚ ਲਫ਼ਜ਼ ਕਹੂਗਾ ਵੀ ਐਡਾ ਬਲੀ ਹੈ ਉਹ ਭਾਵੇਂ ਹੋਵੇ ਨਾ ਹੋਵੇ ਇੰਨਾ ਬਲੀ, ਪਰ ਉਪਮਾ ਕਰਕੇ ਤੇ ਉਹਨੂੰ ਮਹਾਨ ਬਲੀ ਜਿਨਾ ਦੇਣਾ। ਇਸੇ ਤਰ੍ਹਾਂ ਸ਼ਿੰਗਾਰ ਰਸ ਹੈ, ਉਹਨੂੰ ਸੁੰਦਰ ਕਹਿਣ ਵਾਸਤੇ ਉਹ ਫਿਰ ਸ਼ਿੰਗਾਰ ਰਸ ਦਾ ਕਥਨ ਕਰਨਾ ਹੈ। ਉਹ ਫਿਰ ਕਵੀ ਸਿਰੇ ਲਾ ਦਿੰਦਾ ਸੁੰਦਰਤਾ ਕਹਿਣ ਵਾਸਤੇ ਸ਼ਿੰਗਾਰ ਰਸ ਰਾਹੀਂ। ਉਹ ਅਲੰਕਾਰ ਹੈ ਇੱਕ। ਇਸੇ ਤਰ੍ਹਾਂ ਘਰੜਾ ਰਸ ਹੈ, ਜਦੋਂ ਕੋਈ ਸੋਗ ਸੂਗ ਦਾ ਸਮਾਂ ਕੋਈ ਚੜ੍ਹਾਈ ਕਰ ਗਿਆ, ਉਸ ਸੋਗ ਦੇ ਸੰਬੰਧ ਵਿੱਚ ਜਿਹੜੇ ਕੋਈ ਲਫ਼ਜ਼ ਜੋ ਕਵੀ ਕਹੂਗਾ ਉਹ ਫਿਰ ਇਹੋ ਜਿਹੇ ਹੁੰਦੇ ਕਰੁਣਾ ਰਸ ਵਾਲੇ, ਜਿਨ੍ਹਾਂ ਨੂੰ ਉਹ ਭਾਵੇਂ ਉੱਥੇ ਇਹੋ ਜਿਹਾ ਵਾਯੂ ਮੰਡਲ ਜਿੱਥੇ ਕੋਈ ਚੜ੍ਹਾਈ ਕਰ ਗਿਆ ਉਹ ਨਾ ਹੀ ਹੋਵੇ, ਪਰ ਉਹਨੇ ਆਪਣਾ ਕਰੁਣਾ ਰਸ ਦੀ ਪੂਰਤੀ ਕਰਨ ਵਾਸਤੇ, ਉਹਨੂੰ ਪੂਰਾ ਕਰਨ ਵਾਸਤੇ ਉਹ ਕੁਝ ਕਹਿ ਜਾਣਾ ਹੈ। ਇਹ ਨੌ ਰਸ ਹੈ ਤੇ ਜਿਹੜੇ ਅਲੰਕਾਰ ਤਾਂ ਬੇਅੰਤ ਬੇਅੰਤੀ ਹੈ। ਕੋਈ ਸ਼ਬਦਾ ਅਲੰਕਾਰ ਹਨ। ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ ਗੁਰੂ ਮਹਾਰਾਜ ਨੇ ਕਾਫੀ ਅਲੰਕਾਰ ਵਰਤੇ ਹੈ। ਜੇ ਉਹਨਾਂ ਦੀ ਵਾਕਫੀਅਤ ਲੈਣੀ ਹੋਵੇ ਫਿਰ ਇੱਕ ਪੁਸਤਕ ਹੈ ਜਿਹਦਾ ਨਾਮ ਹੈ ਸ਼ਬਦਾ ਅਲੰਕਾਰ। ਜਿਹੜੀ ਗੁਰੂ ਮਹਾਰਾਜ ਦੇ ਸ਼ਬਦਾਂ ਵਿੱਚ ਮਹਾਰਾਜ ਨੇ ਅਲੰਕਾਰ ਵਰਤੇ ਹੈ, ਕਿੱਥੇ ਕਿੱਥੇ ਕਿਹੜਾ ਕਿਹੜਾ ਵਰਤੇ ਹੈ। ਫਿਰ ਭਗਵਾਨ ਨੇ ਉਹ ਸ਼ਬਦ ਇਕੱਠੇ ਕਰਕੇ ਆਪਣੀ ਪੁਸਤਕ ਵਿੱਚ ਦੇ ਦਿੱਤੇ ਹੈ ਵੀ ਇਸ ਸ਼ਬਦ ਵਿੱਚ ਮਹਾਰਾਜ ਨੇ ਆਹ ਅਲੰਕਾਰ ਵਿੱਚ ਕੁਝ ਕਿਹਾ, ਇਸ ਸ਼ਬਦ ਵਿੱਚ ਆਹ ਅਲੰਕਾਰ ਰਾਹੀਂ ਬਿਆਨ ਕੀਤਾ ਹੈ। ਸੋ ਇਸ ਤਰ੍ਹਾਂ ਹੈ ਮਹਾਰਾਜ ਨੇ ਜਿਹੜੀ ਬਾਣੀ ਹੈ ਕਈ ਅਲੰਕਾਰਾਂ ਵਿੱਚ ਉਚਾਰਨ ਕੀਤੀ ਹੈ। ਤੇ ਬਾਕੀ ਜਿਹੜੇ ਕੋਈ ਨੌ ਰਸ ਹੈ ਉਹਨਾਂ ਦੇ ਵਿੱਚ ਵੀ ਆਪ ਜੀ ਦੀ ਬਾਣੀ ਐਨ ਪੂਰਤ ਹੈ, ਭਰੀ ਪਈ ਹੈ। ਕਿਸੇ ਰਸ ਤੋਂ ਪੱਖ ਤੋਂ ਨਿਊਨਤਾ ਨਹੀਂ ਆਪ ਜੀ ਦੀ ਬਾਣੀ ਦੀ। ਸੋ ਆਪਾਂ ਇਹ ਪੜ੍ਹ ਸੁਣ ਰਹੇ ਸੀ ਪ੍ਰਸੰਗ ਕਲਕੀ ਅਵਤਾਰ ਦਾ, ਜੇ ਉਹਦੀ ਸੁੰਦਰਤਾ ਸਰੀਰ ਦੀ ਸਜਿਆ ਵਿਜਿਆ ਹੈ। ਉਹ ਕੀਲੇ ਪ੍ਰਕਰਨ ਵਿੱਚ ਆਪਾਂ ਪੜ੍ਹਿਆ ਸੀ। ਅੱਜ ਅਗਲਾ ਛੰਦ ਵੀ ਉਹਦੀ ਸੁੰਦਰਤਾ ਦੇ ਸੰਬੰਧ ਵਿੱਚ ਹੀ ਮਹਾਰਾਜ ਨੇ ਉਚਾਰਨ ਕੀਤਾ, ਉਹ ਆ ਰਿਹਾ ਹੈ। ਉਹ ਜਿਵੇਂ ਵੀ ਆਪ ਜੀ ਦੇ ਸੁੰਦਰਤਾ ਦੇ ਸੰਬੰਧ ਵਿੱਚ ਕੋਈ ਸੁਖ ਦਾ ਬਿਰਧ ਛੰਦ ਵਿੱਚ ਬਚਨ ਆ ਰਹੇ, ਉਹ ਆਪਾਂ ਮਨ ਲਾ ਕੇ ਸੁਣੀਏ ਜੀ। ਕਿ ਕਾਛੈ ਕਾਛ ਧਾਰੀ ਹੈ। ਕੇ ਦਾ ਅਰਥ ਹੈ ਜਾਂ, ਕੇ ਦਾ ਅਰਥ ਹੈ ਅਥਵਾ। कच्छ है, काश को कश ना को कच्छ है कहो, उस सजाउण दा वाचक है। यानी अपने शरीर नूं सजाउण वास्ते जिहड़ी कोई यही पैरन दी क्रिया करनी है उहनूं कश ना कहंदे ने। अनक भेख काशे भेख तारी, जैसो साग तैसो दृष्टारी।
ਵੀ ਜਿਹੜਾ ਭੇਖਧਾਰੀ ਪੁਰਸ਼ ਹੈ ਅਨੇਕਾਂ ਤਰ੍ਹਾਂ ਦੇ ਨਾਲ ਉਹ ਆਪਣੇ ਆਪ ਨੂੰ ਕਾਸ਼ੇ ਕੀਏ ਸਜਾਉਂਦਾ ਹੈ। ਕਿਤੇ ਰਾਜੇ ਰੂਪ ਵਿੱਚ ਸਜਾ ਵਜਾ ਲੈਂਦਾ ਹੈ, ਕਿਤੇ ਇਸੇ ਤਰ੍ਹਾਂ ਰਾਜੇ ਅੱਗੇ ਦਾਲ ਫਰਿਆਦ ਕਰਾਉਣ ਵਾਸਤੇ ਆਪਣੇ ਆਪ ਨੂੰ ਸਜਾਉਂਦਾ, ਉਹ ਜਿਹਾ ਬਣ ਕੇ ਉਹ ਆ ਜਾਂਦਾ ਹੈ, ਗਰੀਬ ਜਾਂ ਦੁਖੀ ਜਾਂ। ਕਿਤੇ ਵਜ਼ੀਰ ਬਣਾ ਵਾਲਾ ਸਾਜ ਸਜਾ ਲੈਂਦਾ ਵੀ ਜਿਸ ਤਰ੍ਹਾਂ ਉਹ ਤਮਾਸ਼ਗੀਰ ਜਿਹੜਾ ਹੈ ਨਾ ਅਨੇਕਾਂ ਤਰ੍ਹਾਂ ਦੇ ਭੇਗ ਧਾਰਨ ਵਾਲਾ ਅਨੇਕਾਂ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਸਜਾ ਲੈਂਦਾ ਹੁੰਦਾ, ਉਹ ਇਕੱਲਾ ਹੀ ਹੈ। ਜੈਸੋ ਸਾ ਤੈਸੋ ਦ੍ਰਿਸ਼ਟਾਰੀ, ਜਿਸ ਤਰ੍ਹਾਂ ਦਾ ਹੈ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਦੇਖਦਾ ਹੈ। ਇਹ ਨਹੀਂ ਹੁਣ ਰਾਜੇ ਦੇ ਕੱਪੜੇ ਪਾ ਕੇ ਸਜਾ ਕੇ ਸਮਝ ਲੈ ਵੀ ਮੈਂ ਹੁਣ ਵੀ ਚੱਕਰਵਰਤੀ ਬਾਦਸ਼ਾਹ ਹਾਂ। ਉਹ ਤਾਂ ਉਹਨੇ ਆਪਣੇ ਆਪ ਨੂੰ ਸਜਾ ਲਿਆ, ਉਸ ਤਰ੍ਹਾਂ ਦਾ ਲਿਬਾਸ ਪਹਿਨ ਕੇ ਰਾਜਾ ਬਣ ਬੈਠਾ, ਸਿਰ ਤੇ ਮੁੱਠ ਲਾ ਲਿਆ, ਚਿਗਾ ਲਾ ਲਈ, ਕਲਗੀ ਲਾ ਲਈ ਤੇ ਤਖ਼ਤ ਤੇ ਬੈਠ ਗਿਆ ਸੋਹਣੇ ਵਸਤਰ ਪਹਿਨ ਕੇ। ਹੁਣ ਉਹ ਇਸ ਤਰ੍ਹਾਂ ਦਾ ਸਾਜਾ ਕਰਕੇ ਜੇ ਹੁਣ ਰਾਜਾ ਥੋੜ੍ਹਾ ਬਣ ਗਿਆ, ਉਹ ਤਾਂ ਉਹਨੇ ਸਜਾਇਆ ਹੈ। ਇਵੇਂ ਆ ਜਿਹੜਾ ਕੋਈ ਸਰੀਰ ਹੈ ਇਹਨੂੰ ਸਜਾਉਣ ਵਾਸਤੇ ਜਿਹੜੀ ਕੋਈ ਕਿਰਿਆ ਕਰਨੀ ਉਹਨੂੰ ਕਛਨਾ ਕਹਿੰਦੇ ਹੈ। ਸਜਾਉਣਾ ਕਹਿ ਦਿਓ, ਕਸਣਾ ਕਹਿ ਦਿਓ। ਸਿਰ ਨੂੰ ਸਜਾਉਣਾ ਹੋਵੇ ਜੋ ਚੰਗੀ ਵਧੀਆ ਤੁਸੀਂ ਦਸਤਾਰ ਬੰਨ੍ਹ ਲਓ, ਉਹਦੇ ਉੱਪਰ ਫਿਰ ਮੁਕਟ ਲਾ ਲਓ ਸੋਨੇ ਦਾ, ਇਹ ਜਿਗਾ ਲਾ ਲਓ, ਕਲਗੀ ਲਾ ਲਓ, ਇਹ ਸਿਰ ਸਜ ਜਾਊਗਾ। ਇਹਦਾ ਭਾਵੇਂ ਸਿਰ ਨਹੀਂ ਨੰਗਾ ਜਿਹਾ ਤਾਂ ਨਹੀਂ ਸਜਦਾ, ਵਧੀਆ ਪੱਗ ਬੰਨੀ ਧਮਾਲਾ ਜਿਵੇਂ ਨਿਹੰਗ ਸਿੰਘ ਬੰਨ੍ਹਦੇ ਆ, ਪਰਲਾ ਜਿਹਾ ਛੱਡਿਆ ਹੋਵੇ, ਉੱਤੇ ਜਿਗਾ ਲਾਈ ਹੋਵੇ, ਉੱਤੇ ਕਲਗੀ ਲਾਈ ਹੋਵੇ, ਫਿਰ ਬਹੁਤ ਸਿਰ ਸਜ ਜਾਂਦਾ। ਇਵੇਂ ਹੱਥ ਹੈ, ਇਹਨਾਂ ਨੂੰ ਵੀ ਸ਼ਿੰਗਾਰਨ ਵਾਸਤੇ ਸਜਾਉਣ ਵਾਸਤੇ ਵੀ ਕੋਈ ਕਿਰਿਆ ਹੈਗੀ ਹੈ। ਆ ਕੋਈ ਮਹਿੰਦੀ ਮੁੰਦੀ ਚੀ ਲਾ ਲੈਂਦੇ ਹੈ, ਇਹ ਹੱਥ ਦੀਆਂ ਉਂਗਲਾਂ ਵਿੱਚ ਛਾਪ ਛੱਲੇ ਜੇ ਪਾ ਲੈਂਦੇ ਹੈ, ਤੇ ਸੋਨੇ ਦੇ ਕੜੇ ਕੁੜੇ ਜੀ ਬਾਂਹ ਵਿੱਚ ਮੋਢਿਆਂ ਤੇ ਬੋਟੇ ਹੁੰਦੇ ਇੱਕ ਗਹਿਣੇ ਉਹਨਾਂ ਨੂੰ ਪਾ ਲੈਂਦੇ, ਸਜਾ ਲੈਂਦੇ ਹੈ। ਇਸ ਤਰ੍ਹਾਂ ਪੈਰਾਂ ਵਿੱਚ ਕੋਈ ਪੌਂਟੇ ਪੂਟੇ ਜੇ ਪਾ ਪੂ ਲੈਂਦੇ ਨੇ। ਇਉਂ ਜਾਣੀ ਜਿਹੜੇ ਸਜਾਉਣ ਦੀ ਕਿਰਿਆ ਉਹਨੂੰ ਕਛਨਾ ਕਹਿੰਦੇ ਨੇ। ਉਹ ਜਦੋਂ ਅਸੀਂ ਉਹ ਕੋਈ ਸਜਾਉਣ ਦੀ ਕਿਰਿਆ ਕਰਾਂਗੇ ਨਾ, ਜੀ ਉਹਦਾ ਨਾਂ ਕਛਨਾ। ਇੱਥੇ ਹੁਣ ਮਹਾਰਾਜ ਉਹ ਕਹਿੰਦੇ ਕਿ ਕਛ ਹੈ ਕਾਸ਼ ਧਾਰੀ ਹੈ। ਉਹ ਕਛ ਵੀ ਨਾ ਸਜਾਉਣ ਦਾ ਹੈ, ਵੀ ਜਾਂ ਸਜਾਉਣ ਵਾਲਾ ਹੈ ਜਾਂ ਸਜਾਉਣ ਵਿੱਚ ਜਾਂ ਸਜਾਵਟੀ ਹੈ। ਉਹ ਸਜਾਵਟ ਕੀ ਹੁੰਦੀ ਹੈ? ਹਾਰ ਸ਼ਿੰਗਾਰ, ਵੀ ਜਾਂ ਹਾਰ ਸ਼ਿੰਗਾਰ ਹੀ ਹੈ ਕਲਕੀ ਅਵਤਾਰ, ਜਾਂ ਸ਼ਿੰਗਾਰ ਲਾਉਣ ਵਾਲਾ, ਸੰਜਾਗ ਧਾਰਨ ਵਾਲਾ, ਸੰਜਾਗ ਸ਼ਿੰਗਾਰ ਕਰਨ ਵਾਲਾ, ਸਜਾਵਟ ਕਰਨ ਵਾਲਾ ਹੈ, ਜਾਂ ਸਜਾਵਟ ਹੀ ਹੈ। ਇੱਕ ਸਜਾਵਟ ਹੁੰਦੀ ਹੈ ਨਾ, ਜਿਵੇਂ ਆ ਗਲ ਦਾ ਹਾਰ ਹੈ, ਇੱਕ ਸਜਾਵਟ ਹੈ, ਉਹਨੂੰ ਸਜਾਉਣ ਵਾਲਾ ਕੋਈ ਮਨੁੱਖ ਹੈ। ਜਿਵੇਂ ਸੋਨੇ ਦਾ ਕੜਾ ਹੈ, ਇੱਕ ਸਜਾਵਟ ਹੈ, ਉਹਨੂੰ ਸਜਾਉਣ ਵਾਲਾ ਇੱਕ ਮਨੁੱਖ ਹੈ। ਜਦੋਂ ਬਾਂਹ ਵਿੱਚ ਪਾਇਆ ਉਹਨੇ ਸਜਾਇਆ। ਜਿਉਂ ਜਾਂ ਤਾਂ ਉਹ ਸ਼ਿੰਗਾਰ ਹੈ, ਜਾਂ ਸ਼ਿੰਗਾਰ ਕਰਨ ਵਾਲਾ, ਜਾਂ ਸਵਾਂਗ ਧਾਰਨ ਵਾਲਾ ਹੈ, ਜਾਂ ਸਵਾਂਗ ਧਾਰਨ ਕੀਤਾ ਹੋਇਆ, ਜਾਂ ਸਜਿਆ ਹੋਇਆ, ਜਾਂ ਸਜਾਵਟ ਰੂਪ ਹੈ। ਉਹ ਕਲਕੀ ਅਵਤਾਰ ਕਿ ਰਾਜਾ ਅਧਿਕਾਰੀ ਹੈ। ਜਾਂ ਰਾਜਾ ਹੈ, ਜਾਂ ਰਾਜਾ ਦਾ ਅਧਿਕਾਰੀ ਹੈ, ਰਾਜ ਭਾਗ ਦਾ ਹੱਕਦਾਰ ਹੈ। ਜਿਵੇਂ ਰਾਜ ਭਾਗ ਦਾ ਜਿਹੜਾ ਕੋਈ ਹੱਕਦਾਰ ਹੋਵੇ ਉਹ ਟਿੱਕਾ ਕਿਹਾ ਜਾਂਦਾ ਹੈ। ਵੀ ਜਾਂ ਉਹ ਕਲਕੀ ਅਵਤਾਰ ਰਾਜਾ ਮਹਾਰਾਜਾ ਹੈ, ਜਾਂ ਰਾਜਾ ਰਾਜ ਭਾਗ ਦਾ ਉਹ ਅਧਿਕਾਰੀ ਹੱਕਦਾਰ ਹੈ, ਉਹ ਟਿੱਕਾ ਹੀ ਹੈ। ਕਲਕੀ ਇਉਂ ਸਜਿਆ ਹੋਇਆ ਟਿੱਕੇ ਵਾਂਗ, ਜਾਂ ਰਾਜੇ ਵਾਂਗ ਹੈ। ਕਿ ਭਾਗ ਕੇ ਸੁਹਾਗ ਹੈ, ਜਾਂ ਭਾਗਾਂ ਦਾ ਸੁਹਾਗ ਹੈ। ਭਾਗਾਂ ਦਾ ਸੁਹਾਗ ਕੋ ਆਨੰਦ ਕਹੋ, ਵੀ ਚੰਗੇ ਭਾਗਾਂ ਦਾ ਆਨੰਦ ਹੀ ਹੈ।
ਚੰਗੇ ਭਾਗ ਹੋਣ ਤੇ ਫਿਰ ਚੰਗਾ ਆਨੰਦ ਹੁੰਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਸਹੂਲਤੀਆਂ ਕਰਕੇ। ਜਾਂ ਕਹਿੰਦੇ ਜਿਹੜੇ ਚੰਗੇ ਭਾਗ ਉਹਨਾਂ ਦਾ ਸੁਹਾਗ ਹੈ, ਚੰਗੇ ਭਾਗਾਂ ਦਾ ਆਨੰਦ ਹੀ ਹੈ ਕਲਕੀ ਅਵਤਾਰ। ਕੇ ਰੰਗੋ ਅਨਰਾਗ ਹੈ। ਅਨਰਾਗ ਨਾਲ ਪ੍ਰੇਮ ਦਾ ਹੁੰਦਾ ਹੈ, ਜਾਂ ਪ੍ਰੇਮ ਵਿੱਚ ਰੰਗਿਆ ਹੋਇਆ, ਜਾਂ ਪ੍ਰੇਮ ਹੈ, ਜਾਂ ਪ੍ਰੇਮ ਦਾ ਰੰਗ ਹੀ ਹੈ। ਕਿ ਸ਼ੋਭਾ ਜਿੱਥੇ ਪ੍ਰੇਮ ਹੋਊ ਉੱਥੇ ਚਿਹਰਾ ਲਾਲੋ ਲਾਲ ਹੋਊਗਾ, ਜਿੱਥੇ ਪ੍ਰੇਮ ਤੋਂ ਬਗੈਰ ਸ਼ੋਕ ਹੋਊਗਾ ਉੱਥੇ ਚਿਹਰਾ ਮੁਰਝਾਇਆ ਹੋਊਗਾ। ਪ੍ਰੇਮ ਦਾ ਰੰਗ ਲਾਲ ਹੈ, ਜਾਂ ਪ੍ਰੇਮ ਹੈ, ਜਾਂ ਪ੍ਰੇਮ ਦਾ ਰੰਗ ਹੀ ਹੈ ਕਲਕੀ ਅਵਤਾਰ। ਕਿ ਸ਼ੋਭਾ ਛਤਰ ਧਾਰੀ ਸ਼ੈ। ਕਿ ਸ਼ੋਭਾ ਛਤਰ ਧਾਰੀ ਸ਼ੈ। ਜਾਂ ਕਹਿੰਦੇ ਜਿਵੇਂ ਛਤਰ ਧਾਰੀ ਹੁੰਦਾ ਹੈ ਉਹਦੇ ਵਾਂਗ ਸ਼ੋਭਾ ਸ਼ੋਭਦਾ ਸ਼ੈ। ਸ਼ੋਭਦਾ ਸ਼ੈ ਕੀ ਹੈ? ਉਹ ਛਤਰ ਧਾਰੀ ਵਾਂਗੂ ਸ਼ੋਭਦਾ ਹੈ, ਸਜਦਾ ਹੈ। ਕਿ ਛਤਰੀ ਅਤਰ ਵਾਰੀ ਛੈ। ਹਾਂ, ਕਿ ਛਤਰੀ ਅਤਰ ਵਾਰੀ ਹੈ। ਜਿਵੇਂ ਅਸਤਰ ਧਾਰੀ ਵਾਲੀ, ਅਸਤਰਾਂ ਵਾਲਾ ਹੋਵੇ, ਜਿਹਨੇ ਆਪਣੇ ਹੱਥ ਵਿੱਚ ਚੀਰ ਲਿਆ ਹੋਵੇ, ਸਿਰ ਤੇ ਚੱਕਰ ਸਜਾਇਆ ਹੋਵੇ, ਆਪਣੇ ਹੱਥ ਵਿੱਚ ਤੀਰ ਤੇ ਚੱਕਰ ਫੜਿਆ ਹੋਵੇ, ਉਹਨੂੰ ਅਸਤਰਾਂ ਵਾਲਾ ਕਹਿੰਦੇ ਨੇ। ਵੀ ਜਾਂ ਤੀਰਾਂ ਚੱਕਰਾਂ ਵਾਲਾ ਹੀ ਉਹ ਛਤਰੀ ਹੈ ਕਲਕੀ ਅਵਤਾਰ। ਕਿ ਆਜੇ ਬਾਨ ਬਾਨੀ ਸੇ। ਕਿ ਜਾਂ ਬਾਨ ਜਿਹੜੇ ਕੋਈ ਤੀਰ ਹੈ, ਅੰਜੇ ਕੀ ਸਵਾਰੇ ਹੋਏ ਹਨ, ਸਿੰਗਾਰੇ ਹੋਏ ਹੈ ਬਾਣ ਤੀਰ, ਬਾਨੀ ਸੇ ਜਾਂ ਬਾਣਾ ਵਾਲੇ ਨੇ। ਜਿਵੇਂ ਬਾਣਾ ਵਾਲੇ ਤੀਰਾਂ ਵਾਲੇ ਨੇ ਤੀਰ ਸ਼ਿੰਗਾਰੇ ਹੋਣ, ਜਾਂ ਸ਼ਿੰਗਾਰੇ ਹੋਏ ਤੀਰ ਹੈ, ਜਾਂ ਸ਼ਿੰਗਾਰੇ ਹੋਏ ਤੀਰਾਂ ਵਾਲਾ ਹੈ, ਉਹ ਕਲਕੀ ਤੀਰਾਂ ਨਾਲ ਸਜਿਆ ਹੋਇਆ ਹੈ। ਕਿ ਕਾਛੇ ਕਾਸ਼ਕਾਰੀ ਹੈ। ਫਿਰ ਉਸੇ ਤਰ੍ਹਾਂ ਕਹਿੰਦੇ ਹੈ ਕਿ ਕਾਸ਼ੇ ਕਾਸ਼ਕਾਰੀ ਹੈ, ਜਾਂ ਕਾਸ਼ੀ ਹੈ, ਜਾਂ ਸਜਾਵਟ ਹੈ, ਸ਼ਿੰਗਾਰ ਹੈ, ਜਾਂ ਸ਼ਿੰਗਾਰ ਕਰਨ ਵਾਲਾ ਹੈ, ਸ਼ਿੰਗਾਰ ਨਾਲ ਸ਼ਿੰਗਾਰਿਆ ਹੋਇਆ ਹੈ। ਕਿ ਕਾਮੀ ਕਾਮ ਬਾਨ ਸੇ। ਇਸੇ ਤਰ੍ਹਾਂ ਜਾਂ ਕਾਮੀ ਹੈ, ਜਾਂ ਜਿਵੇਂ ਕਾਮੀ ਦੇ ਉਹ ਤੀਰ ਹੁੰਦੇ, ਉਹ ਕਾਮ ਦੇ ਤੀਰ ਹੁੰਦੇ, ਉਸ ਤਰ੍ਹਾਂ ਦੇ ਹਨ। ਇਸ ਤਰ੍ਹਾਂ ਦੇ ਸਜੇ ਹੋਏ ਕਾਮ ਦੇ ਤੀਰਾਂ ਵਾਂਗ। ਕਿ ਫੂਲੇ ਫੂਲ ਮਾਲ ਸੇ। ਜਿਵੇਂ ਫੁੱਲਾਂ ਦੀ ਮਾਲਾ ਹੁੰਦੀ ਹੈ, ਉਹ ਸਜੀ ਹੁੰਦੀ ਹੈ। ਜਾਂ ਜਿਵੇਂ ਫੁੱਲਾਂ ਦੀ ਮਾਲਾ ਹੁੰਦੀ ਹੈ, ਉਹਦੇ ਵਾਂਗ ਕਹਿੰਦੇ ਫੁੱਲ ਦੇ ਸਮਾਨ ਹਨ, ਫੁੱਲ ਦੇ ਵਰਗੇ ਹਨ। ਕਿ ਰੰਗੇ ਰੰਗ ਰਾਗ ਸੇ। ਜਾਂ ਰਾਗ ਰੰਗ ਨਾਲ ਰੰਗੇ ਹੋਏ। ਵੀ ਫਲਾਣੇ ਦੇ ਘਰੇ ਵਿੱਚ ਬੜੇ ਰਾਗ ਰੰਗ ਹੋ ਰਹੇ ਹੈ। ਜਿੱਥੇ ਰਾਗ ਰੰਗ ਹੋਏ ਉੱਥੇ ਘਰ ਸਜਿਆ ਵਜਿਆ ਹੁੰਦਾ ਹੈ। ਖੁਸ਼ੀ ਦੇ ਸਮੇਂ ਰਾਗ ਰੰਗ ਹੁੰਦੇ ਹੈ। ਇਸ ਤਰ੍ਹਾਂ ਕਹਿੰਦੇ ਕਲਕੀ ਅਵਤਾਰ ਜਿਹੜੇ ਰਾਤਾਂ ਦੇ ਰਾਗ ਰੰਗ ਨਾਲ ਰੰਗੇ ਹੋਏ ਹਨ, ਸਜੇ ਹੋਏ ਹਨ। ਕਿ ਸੁੰਦਰ ਸੁਹਾਗ ਸੇ। ਜਾਂ ਕਹਿੰਦੇ ਸੁੰਦਰ ਸੁਹਾਗ ਵਰਗੇ, ਸੁਹਾਗ ਵਾਂਗੂ ਹਨ। ਜਿਵੇਂ ਸੋਹਣਾ ਸੁਹਾਗ, ਸੋਹਣਾ ਆਨੰਦ ਹੋਵੇ, ਉਹਦੇ ਵਾਂਗ ਹਨ। ਕਿ ਨਾਗਨੀ ਕੇ ਈਸ ਹੈ। ਜਿਹੜੀਆਂ ਨਾਗਨੀਆਂ ਹਨ, ਸਪਨੀਆਂ, ਉਹਨਾਂ ਦੇ ਏਸ਼ ਮਾਲਕ, ਉਹ ਨਾਗਨੀਆਂ ਦਾ ਸਵਾਮੀ ਸੀ ਕਾਲੀ ਨਾਗ। ਕਾਲੀ ਨੱਥ ਦਾ ਵੱਡਾ ਭਿਆ, ਉਹ ਜਮਨਾ ਵਿੱਚ ਰਹਿੰਦਾ ਸੀ ਕਾਲੀ ਨਾਗ। ਇਹ ਨਾਗਨੀਆਂ ਦਾ ਮਾਲਕ ਕਹਿੰਦੇ, ਜਾਂ ਨਾਗਨੀਆਂ ਦੇ ਮਾਲਕ ਕਾਲੀ ਨਾਗ ਵਾਂਗ ਹੀ ਸਜੇ ਹੋਏ ਹਨ। ਕਿ ਮ੍ਰਿਗੀਨ ਕੇ ਨਰੇਸ਼ ਛੈ। ਜਾਂ ਕਹਿੰਦੇ ਹਰਨੀਆਂ ਦੇ ਰਾਜੇ ਹਨ। ਹਰਨੀਆਂ ਦਾ ਰਾਜਾ ਕਸਤੂਰਾ ਹਰਨ ਹੁੰਦਾ ਹੈ, ਜਿਹਦੇ ਉਹ
ਨਾਪੇ ਵਿੱਚੋਂ ਧੁੰਨੀ ਵਿੱਚੋਂ ਕਸਤੂਰੀ ਨਿਕਲਦੀ ਹੈ, ਉਹਨੂੰ ਹਰਨੀਆਂ ਦਾ ਰਾਜਾ ਕਹਿੰਦੇ ਨੇ। ਜਾਂ ਜਿਵੇਂ ਕਸਤੂਰਾ ਹਰਨ ਹੁੰਦਾ, ਉਹਦੇ ਸਮਾਨ ਹਨ ਸਜੇ ਹੋਏ ਕਿ ਰਾਜਾ ਛਤਰ ਧਾਰੀ ਹੈ। ਛਤਰ ਧਾਰੀ ਰਾਜਾ ਹੀ ਹੈ ਨੇ ਕਲੰਕ, ਕਿ ਕਾਲੀ ਕੇ ਭਿਖਾਰੀ ਛੈ। ਜਿਹੜੀ ਕਾਲੀ ਦੇਵੀ ਹੈ ਉਹਦਾ ਇਹ ਭਿਖਾਰੀ ਹੈ, ਸੇਵਕ ਕਲਕੀ ਅਵਤਾਰ ਹੈ। ਸੋਰਠਾ ਇਮ ਕਲਕੀ ਅਵਤਾਰ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜਾ ਇਹ ਕਲਕੀ ਅਵਤਾਰ ਵਿਸ਼ਨੂੰ ਦਾ 24ਵਾਂ ਅਵਤਾਰ ਹੈ। ਜੀਤੇ ਜੁਦ ਸਭੈ ਨ੍ਰਿਪਤ। ਜੰਗ ਜੁੱਧ ਕਰਕੇ ਉਹਨੇ ਸਾਰੇ ਰਾਜਿਆਂ ਨੂੰ ਜਿੱਤ ਲਿਆ। ਕੀਨੋ ਰਾਜ ਸੁਧਾਰ। ਉਦੋਂ ਬਾਹਰ ਬਣਾ ਸਵਾਰ ਕੇ ਰਾਜ ਭਾਗ ਕੀਤਾ। 20 ਸਹੰਸ 10 ਲੱਖ ਬਰਖ। 10 ਲੱਖ ਤੇ 20,000 ਸਾਲ। ਇਸ ਤਰ੍ਹਾਂ ਹੁਣ ਵਿਸ਼ਦ ਪੁਰਾਣ ਦੇ ਵਿੱਚ ਲਿਖਿਆ ਵੀ ਉਹਨੇ 10,000 ਜਦੋਂ ਕਲਯੁਗ ਦਾ ਸਮਾਂ ਰਹੂਗਾ ਉਦੋਂ ਹੋਣਾ ਵੀ 10,000 ਵਰ੍ਹਾ ਕਰਨਾ ਹੈ। ਇਹ ਹੁਣ ਇੱਥੇ 10 ਲੱਖ ਹੈ ਤੇ ਉਮਰ ਤਾਂ ਕਲਯੁਗ ਦੀ ਸਾਰੀ 4,32,000 ਹੈ। ਇਸ ਤਰ੍ਹਾਂ ਵਿਦਵਾਨ ਲੱਖ ਦਾ ਅਰਥ ਵੀ ਜਾਣ ਲਓ, ਸਮਝ ਲਓ। 20 ਤੇ 10 ਸਹੰਸ 9,000 ਦਾ ਹੁੰਦਾ। 20 ਤੇ 30, 10 ਤੇ 20 30 ਹੋ ਗਿਆ। 30,000 ਜਣੀ ਵਰਾ ਉਹਨੇ ਬਣਾ ਸਵਾਰ ਕੇ ਰਾਜ ਭਾਗ ਕੀਤਾ। ਇੱਥੇ 10,000 ਲਿਖਦਾ, ਇੱਥੇ 30,000 ਸਮਝ ਲਓ। ਰਾਵਣ ਬਾਦ ਛੰਦ ਗਹੀ ਸ਼ਮਸ਼ੇਰ। ਹਾਏ ਹੋ ਜਿਹੜਾ ਸੋਹਣਾ ਸਜਿਆ ਬਜਿਆ ਕਲਕੀ ਅਵਤਾਰ ਹੈ, ਉਹਨੇ ਆਪਣੇ ਹੱਥ ਵਿੱਚ ਸ੍ਰੀ ਸਾਹਿਬ ਲੈ ਲਈ, ਤੇਗ ਫੜ ਲਈ ਹੈ। ਕਿਉ ਜੰਗ ਜੇਰ। ਜੰਗ ਕਰਕੇ ਉਸਦੇ ਨਾਲ ਸਾਰਿਆਂ ਨੂੰ ਜੇਰ ਕੀ ਅਧੀਨ ਕਰ ਲਿਆ, ਆਪਣੇ ਅਧੀਨ ਕਰ ਲਿਆ, ਬਸ ਕਰ ਲਿਆ। ਦਏ ਮਤ ਫੇਰ। ਇਹ ਸਾਰਿਆਂ ਨੂੰ ਆਪਣੇ ਕੰਟਰੋਲ ਵਿੱਚ ਲਿਆ ਕੇ ਬਸ ਕਰਕੇ ਸਾਰਿਆਂ ਨੂੰ ਮਤ ਦਿੱਤੀ, ਸਿੱਖਿਆ ਦਿੱਤੀ। ਨਾ ਲਾਗੀਏ ਬੇਰ। ਕੋਈ ਕਹਿੰਦੇ ਦੇਰੀ ਨਹੀਂ ਲੱਗਣ ਦਿੱਤੀ ਹੈ। ਸਾਰਿਆਂ ਨੂੰ ਸਮਝਾ ਬੁਝਾ ਦਿੱਤਾ ਵੀ ਅੱਜ ਦੇ ਸਮੇਂ ਦਾ ਮੈਂ ਹੁਣ ਹੁਕਮਰਾਨ ਹਾਂ, ਰਾਜਾ ਹਾਂ। ਜਿਹੜਾ ਮੇਰੇ ਆਖੇ ਲੱਗੇ, ਮੇਰੇ ਕਹੇ ਲੱਗੇਗਾ ਉਹ ਬਚੂਗਾ, ਬਾਕੀਆਂ ਨੂੰ ਮੈਂ ਸਾਰਿਆਂ ਨੂੰ ਖਤਮ ਕਰ ਦਊਂਗਾ। ਇਉਂ ਸਿੱਖਿਆ ਦੇਣ ਸਮੇਂ ਦੇਰ ਨਹੀਂ ਲੱਗੀ ਹੈ। ਦਇਓ ਨਿਜ ਮੰਤਰ। ਫਿਰ ਸਾਰਿਆਂ ਨੂੰ ਆਪਣਾ ਜਿਹੜਾ ਮੰਤਰ ਹੈ ਕੀ ਉਪਦੇਸ਼ ਦਿੱਤਾ ਹੈ। ਤਜੇ ਸਭ ਤੰਤਰ। ਉਹ ਜਿਹੜੇ ਕੋਈ ਤੰਤਰ ਹੈ, ਰਾਜਿਕ ਨੀਤਕ ਹਨ, ਢੰਗ ਤਰੀਕੇ ਕਾਨੂੰਨ, ਉਹ ਸਭ ਛੱਡ ਦਿੱਤੇ। ਆਪਣਾ ਮੰਤਰ ਦਿੱਤਾ, ਉਪਦੇਸ਼ ਦਿੱਤਾ ਵੀ ਆਹ ਕੁਝ ਕਰਨਾ ਤੁਸਾਂ ਨਾ। ਜਾਂ ਹੋਰ ਜਿਹੜੇ ਕੋਈ ਟੂਣੇ ਛੂਣੇ ਟਾਮਣ ਹਨ, ਤੰਤਰ, ਤਿੰਨ ਚੀਜ਼ਾਂ ਜੀਆਂ ਇਕੱਠੀਆਂ ਜੀਆਂ ਕਰਕੇ ਤੇ ਉਹਦੇ ਤੇ ਕੋਈ ਉਹ ਮੰਤਰ ਮੁੰਤਰ ਜਾਂ ਫੂਕਾਂ ਫਾਕਾਂ ਜੀਆਂ ਮਾਰਤੀਆਂ। ਜਿਵੇਂ ਕੋਈ ਆ ਕਹਿੰਦੇ ਪਸ਼ੂਆਂ ਨੂੰ ਜੀ ਇੱਥੇ ਟੂਣਾ ਕਰਾ ਕੇ ਲਿਆਓ, ਉਹ ਲਿਆ ਕੇ ਸੁਬੀ ਜੀ ਤੇ ਉਹਦੀਆਂ ਗੰਢਾਂ ਜੀਆਂ ਦੇ ਹੁੰਦੇ ਉਹਦੇ ਤੇ 7 ਤੇ ਵਿੱਚ ਉਹਦੇ ਕੋਈ ਕਾਠ ਦਾ ਜਾਂ ਲੋਹੇ ਦਾ ਕੋਈ ਕੂਪਾ ਪੂਜ ਜਾਂਦੇ, ਉੱਤੇ ਉਹ ਮੰਤਰ ਜਾ ਪੜ ਕੇ ਫੂਕਾ ਮਾਰ ਦਿੰਦੇ ਹੁੰਦੇ, ਕਹਿੰਦੇ ਲੈ ਜਾ ਇਹ ਕਰਤਾ ਤੰਤਰ। ਹੁੰਦਾ ਤਾਂ ਕੁਛ ਨਹੀਂ, ਐਵੇਂ ਹੀ ਹੈ। ਤਾਂ ਸਾਡਾ ਮਨ ਇਹ ਵਹਿਮ ਨੂੰ ਬੜਾ ਛੇਤੀ ਕਬੂਲ ਕਰਦਾ ਹੈ। ਇਹ ਕੋਈ ਕਰ ਕੁਰਲੇ ਨਾ ਹੱਥ ਕੀਤਾ ਅੱਗੇ ਵਾਲੇ ਸਾਰਾ ਕੁਝ ਹੀ ਠੱਗੀ ਮਾਰਦੇ ਆ, ਕੁਛ ਨਹੀਂ ਹੁੰਦਾ ਹੈ। ਇਹੋ ਵੇਖ ਲਓ ਜਿੰਨੇ ਮਰਜ਼ੀ ਆ, 4 ਕੁੰਗਲਾਂ ਦਾ ਕਾਗਜ਼ ਜਿਹਾ ਹੁੰਦਾ, ਉਹਦੇ ਤੇ ਏਕਾ ਦੂਗਾ ਜਿਹਾ ਲਿਖਿਆ ਹੁੰਦਾ ਹੈ। ਇਹ ਉਹ ਕਹਿੰਦੇ ਤੇ ਲੈਣੇ ਪੱਕਾ ਤਵੀਰ ਤੈਨੂੰ ਦਿੱਤਾ, ਜਿੱਥੇ ਮਰਜ਼ੀ ਪਾਈ ਫਿਰੀ, ਇਹ ਨਹੀਂ ਨਾਸ ਹੋਊਗਾ। ਇੱਕ ਕੱਚਾ ਹੁੰਦਾ, ਦੀਵਾਲੀ ਨੂੰ ਕਰਕੇ ਦੇਵਾਂਗੇ, ਰੁਪਈਆ ਤਾਂ ਲੱਗੂ 5-6 ਹਜ਼ਾਰ। ਦੇਖ ਲਓ ਸਾਡਾ ਲਾਣਾ 5-6 ਹਜ਼ਾਰ ਦੇ ਦਿੰਦਾ ਕਿ 4 ਉਂਗਲਾਂ ਦੇ ਕਾਗਜ਼ ਦਾ। ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ ਹੈ। ਯਾਨੀ ਦਿਨੇ ਸ਼ਰੇਆਮ ਲੁੱਟ ਹੈ।
ਇੱਕ ਤਾਂ ਹੁੰਦਾ ਨਾ ਮਾੜਾ ਮੋਟਾ ਕੋਈ ਦਿੰਦੇ ਲੈਂਦੇ ਆ ਲਾਚਾਰ ਉਂਗਲਾਂ ਦਾ ਕਾਗਜ਼ ਹੈ, ਉਹਦੇ ਦੂਆ ਸੀਆ ਲਿਖਿਆ, ਕਹਿੰਦੇ ਆ ਖਾਕੀ ਹੈ, ਇਹ ਆਬੀ ਹੈ, ਇਹ ਆਲਸੀ ਹੈ, ਇਹ ਚੌਂਤੀ ਹੈ, ਇਹ ਬੀਸਾ ਹੈ। ਉਹ ਇਸ ਤਰ੍ਹਾਂ ਇਹ ਕਹਿੰਦੇ ਸਭ ਜਿਹੜੇ ਕੋਈ ਟੂਣੇ ਟਾਣੇ ਤੰਤਰ ਤੰਤਰੇ ਜਾਦੂ ਜੂਦੂ ਇਹ ਸਭ ਛੁਡਾ ਦਿੱਤੇ ਹਨ, ਆਪਣਾ ਉਪਦੇਸ਼ ਦਿੱਤਾ ਸਭ ਨੂੰ। ਲਿਖੇ ਨਿਜ ਜੰਤਰ, ਆਪਣੇ ਵੱਲੋਂ ਕਹਿੰਦੇ ਜੰਤਰ ਜੇ ਲਿਖੇ, ਆਪਣੇ ਵੱਲੋਂ ਕੁਝ ਲਿਖ ਕੇ ਦਿੱਤਾ ਵੀ ਆਹ ਕੁਝ ਕਰਨਾ ਤੁਸਾਂ ਨੇ। ਸੋ ਬੈਠ ਇਕੰਤਰ, ਉਹ ਵੀ ਇਕਾਂਤ ਵਿੱਚ ਬੈਠ ਕੇ ਕੱਲਿਆਂ ਬੈਠ ਕੇ ਸਭ ਨੂੰ ਲਿਖ ਦਿੱਤਾ ਹੈ। ਉਸ ਦੀ ਸ਼ਕਲ ਕੀ ਨੇ? ਬਾਨ ਤੁਰੰਗਮ ਛੰਦ ਬਿਬਦ ਰੂਪ ਸੋਭੈ। ਜਿਹੜਾ ਕਲਕੀ ਹੈ ਉਹਦਾ ਰੂਪ ਜਿਹੜਾ ਤਰ੍ਹਾਂ ਤਰ੍ਹਾਂ ਦੇ ਨਾਲ ਸ਼ੋਭਦਾ ਹੈ। ਅਨਕ ਲੋਗ ਲੋਭੈ, ਅਨੇਕਾਂ ਲੋਭ ਉਸ ਰੂਪ ਨੂੰ ਦੇਖ ਦੇਖ ਕੇ ਲੋਭ ਦੇ ਲਵਾਏ ਮਾਨ ਹੁੰਦੇ, ਲੱਟੂ ਹੁੰਦੇ ਹਨ। ਅਮਿਤ ਤੇਜ ਤਾਹੇ, ਉਸ ਕਲਕੀ ਦਾ ਜਿਹੜਾ ਤੇਜ ਪ੍ਰਤਾਪ ਹੈ ਬੜਾ ਅਮਿਤ ਹੈ। ਮਿਣਤੀ ਗਿਣਤੀ ਤੋਂ ਰਹਿਤ ਹੈ। ਨਿਗਮ ਗਨਤ ਜਾਹੇ, ਜਿਸ ਦੇ ਸਾਈਂ ਜਿਹੜੇ ਨਿਗਮ ਕੀਏ ਭੇਦ ਗੰਤ ਕੀਏ ਵਿਚਾਰਦੇ ਹਨ। ਅਨਕ ਭੇਖ ਤਾਂ ਕੇ, ਹਾਂ ਉਸ ਦੇ ਅਨੇਕਾਂ ਭੇਖ ਹਨ। ਬਿਬਦ ਰੂਪ ਵਾਕੇ, ਉਹਦੇ ਜਿਹੜੇ ਰੂਪ ਹਨ ਉਹ ਵੀ ਤਰ੍ਹਾਂ ਤਰ੍ਹਾਂ ਦੇ ਹਨ। ਅਨੂਪ ਰੂਪ ਰਾਜੇ, ਅਨੂਪਮੀ ਉਪਮਾ ਤੋਂ ਰਹਿ ਰੂਪ ਦੇ ਵਿੱਚ ਰਾਜੇ ਬਿਰਾਜਮਾਨ ਹੈ। ਬਿਲੋਕ ਪਾਪ ਭਾਜੇ, ਇਸ ਕਲਕੀ ਨੂੰ ਵੇਖਿਆ ਹੋਇਆ ਪਾਪ ਭਜਦੇ ਹੈ, ਪਾਪ ਦੌੜਦੇ ਹਨ। ਵਿਸ਼ੇਖ ਪ੍ਰਬਲ ਜੇ ਹੁਦੇ, ਜਿਹੜੇ ਕੋਈ ਵਿਸ਼ੇਸ਼ ਕਰਕੇ ਬੜੇ ਪ੍ਰਬਲ ਸੀ, ਬਲ ਵਾਲੇ ਹੈ ਸੀ। ਅਨੂਪ ਰੂਪ ਸੰਜੁਤੇ, ਉਪਮਾ ਤੋਂ ਰਹਿ ਬੜੇ ਸੋਹਣੇ ਸਰੂਪ ਦੇ ਸੰਜੋਗਤ ਸਨ। ਅਮਿਤ ਆਰ ਘਾਵਹੀ, ਬੇਅੰਤ ਬੈਰੀਆਂ ਨੂੰ ਉਹ ਕਲਕੀ ਮਾਰਦੇ ਹਨ। ਜਗਤ ਜਸ ਪਾਵਹੀ, ਉਹ ਸੰਸਾਰ ਦੇ ਵਿੱਚ ਜਸ ਪ੍ਰਾਪਤ ਕਰਦੇ। ਅਖੰਡ ਬਾਹ ਹੈ ਬਲੀ, ਜਿਹੜਾ ਇਹ ਨਾ ਖੰਡੀਆਂ ਵਾਲੀਆਂ ਬਾਹਾਂ ਵਾਲਾ ਬਲੀ ਹੈ ਕਲਕੀ। ਸੁਭੰਤ ਜੋਤ ਨਿਰਮਲੀ, ਜਿਹਦੀ ਜੋਤ ਜਿਹੜੀ ਹੈ ਬੜੀ ਨਿਰਮਲ ਸੋਭਦੀ ਹੈ। ਆਪ ਨਿਰਮਲ ਜੋਤ ਵਾਲਾ, ਨਿਰਮਲ ਸੋਭਾ ਵਾਲਾ। ਸੋ ਹੋਮ ਜਗ ਕੋ ਕਰੈ, ਉਹ ਜਿਹੜਾ ਕਲਕੀ ਹੈ ਆਪ ਵੀ ਕਹਿ ਕਹਿ ਕੇ ਹਵਨ ਹੁਮਨ ਜੇ ਜਗ ਜੀ ਲੋਕ ਕਰਦੇ ਆ। ਪਰਮ ਪਾਪ ਕੋ ਹਰੈ, ਮਹਾਨ ਪਾਪਾਂ ਨੂੰ ਨਾਸ ਕਰੜੇ। ਤੋਮਰ ਛੰਦ ਜਗ ਜੀਤਿਓ ਜਬ ਸਰਬ, ਹਾਂ ਕਲਕੀ ਅਵਤਾਰ ਨੇ ਜਦੋਂ ਜੰਗ ਕਰਕੇ ਸਾਰੇ ਸੰਸਾਰ ਨੂੰ ਜਿੱਤ ਲਿਆ। ਤਬ ਵੱਡਿਓ ਅਤ ਗਰਭ, ਮਹਾਰਾਜ ਕਹਿੰਦੇ ਖਾਲਸਾ ਜੀ ਅਖੀਰੀ ਉਹ ਕਲਕੀ ਨੂੰ ਹੰਕਾਰ ਵੱਧ ਗਿਆ ਵੀ ਮੈਂ ਸਾਰੇ ਦੁਸ਼ਟਾਂ ਨੂੰ ਮਾਰ ਕੇ ਸਾਰਿਆਂ ਨੂੰ ਅਧੀਨ ਕਰ ਗਿਆ, ਮੇਰੇ ਵਰਗਾ ਕਿਹੜਾ ਬਲੀ ਹੈ। ਦੀਏ ਕਾਲ ਪੁਰਖ ਵਿਸਾਰ, ਉਹ ਕਲਕੀ ਅਵਤਾਰ ਨੇ ਜਿਹੜਾ ਅਕਾਲ ਪੁਰਖ ਹੈ ਉਹਨੂੰ ਭੁਲਾ ਦਿੱਤਾ। ਇਹ ਭਾਂਤ ਕੀਨ ਵਿਚਾਰ, ਇਸ ਤਰ੍ਹਾਂ ਪਰਮੇਸ਼ਰ ਨੂੰ ਭੁਲਾ ਕੇ ਉਹ ਕਲਕੀ ਨੇ ਮਨ ਵਿੱਚ ਸੋਚ ਵਿਚਾਰ ਕੀਤਾ। ਬਿਨ ਮੋਹ ਦੂਸਰ ਨਾ ਔਰ, ਮੈਥੋਂ ਬਗੈਰ ਤਾਂ ਹੋਰ ਕੋਈ ਦੂਸਰਾ ਰੱਬ ਰੂਪ ਹੈ ਹੀ ਨਹੀਂ। ਅਸ ਮਾਨਿਓ ਸਭ ਠੌਰ, ਇਸ ਤਰ੍ਹਾਂ ਮੰਨਿਆ ਵੀ ਸਾਰਿਆਂ ਥਾਵਾਂ ਵਿੱਚ ਮੈਂ ਹੀ ਹੈ। ਜਿਵੇਂ ਹਰਨਾਗਸ਼ ਕਹਿੰਦਾ ਸੀ ਜਲ ਵਿੱਚ ਹਰਨਾਗ ਥਲੇ ਹਰਨਾਗ, ਇਸ ਤਰ੍ਹਾਂ ਇਹ ਕਹਿੰਦੇ ਵੀ ਸਾਰਿਆਂ ਜਗ੍ਹਾ ਵਿੱਚ ਮੈਂ ਹੀ ਹਾਂ, ਮੈਥੋਂ ਬਗੈਰ ਹੋਰ ਕਿਹੜਾ ਹੈ। ਜਗ ਜੀਤ ਕੀਨ ਗੁਲਾਮ, ਕਿਉਂ ਸੰਸਾਰ ਨੂੰ ਜਿੱਤ ਕੇ ਆਪਣਾ ਗੁਲਾਮ ਕਰ ਲਿਆ, ਆਪਣਾ ਮੁਖ ਦਾ ਸੇਵਾਦਾਰ ਬਣਾ ਲਿਆ। ਆਪਨ ਜਪਾਇਓ ਨਾਮ, ਆਪਣਾ ਜਿਹੜਾ ਨਾਮ ਹੈ ਜਪਾਉਣ ਲੱਗ ਪਿਆ ਵੀ ਨੇ ਕਲੰਕ ਨੇ ਕਲੰਕੀ ਕੋ। ਜਗ ਐਸ ਰੀਤ ਚਲਾ, ਸੰਸਾਰ ਨੂੰ ਇਸ ਤਰ੍ਹਾਂ ਦੀ ਰੀਤੀ ਵਿੱਚ ਚਲਾ ਦਿੱਤਾ। ਇਸਨੇ ਇਸ ਤਰ੍ਹਾਂ ਦੀ ਰੀਤੀ ਚਲਾਤੀ ਮਿਰਜ਼ਾਲਾ। ਸਿਰ ਅਤਰ ਪਤਰ ਫਿਰਾ, ਹਾਂ ਆਪਣੇ ਸਿਰ ਤੇ ਚੌਰ ਛਤਰ ਫਿਰਾਇਆ ਇਸਨੇ। ਸਭ ਲੋਗ ਆਪਨ ਮਾਨ, ਸਾਰਿਆਂ ਲੋਕਾਂ ਨੂੰ ਆਪਣੇ ਅਧੀਨ ਮੰਨਿਆ।
ਵੀ ਆਪਣੇ ਵੀ ਮੇਰੇ ਅਧੀਨ ਹੋ ਤੁਸੀਂ, ਮੈਥੋਂ ਕੋਈ ਬਾਹਰਾ ਨਹੀਂ ਹੈ। ਸਾਰੇ ਲੋਕਾਂ ਨੂੰ ਆਪਣਾ ਸੇਵਕ ਮੰਨ ਲਿਆ। ਤਰ ਆਂਖ ਔਰ ਨ ਆਨ, ਹੋਰ ਕਿਸੇ ਨੂੰ ਆਪਣੇ ਅੱਖਾਂ ਦੇ ਹੇਠ ਨਹੀਂ ਲਿਆਂਦਾ, ਵੀ ਬਾਕੀ ਸਭ ਨੀਵੇਂ ਹੈ, ਮੈਂ ਸਭ ਤੋਂ ਮਹਾਨ ਹਾਂ। ਨਹਿ ਕਾਲ ਪੁਰਖ ਜਪੰਤ, ਉਹ ਜਿਹੜਾ ਕਲਕੀ ਹੈ ਨਾ ਤਾਂ ਆਪ ਅਕਾਲ ਪੁਰਖ ਨੂੰ ਜਪਦਾ, ਨਾ ਹੋਰ ਕਿਸੇ ਤੋਂ ਕਹਿ ਕੇ ਜਪਾਉਂਦਾ। ਨਹਿ ਦੇਵ ਜਾਪ ਪੜੰਤ, ਨਾ ਕਿਸੇ ਦੇਵਤੇ ਦਾ ਜਾਪ ਹੀ ਉਚਾਰਨ ਕਰਦਾ ਹੈ। ਤਬ ਕਾਲ ਦੇਵ ਰਸਾਇ, ਕਿਉਂ ਜਿਹੜਾ ਅਕਾਲ ਪੁਰਖ ਹੈ ਉਹ ਇਸ ਤਰ੍ਹਾਂ ਕਲੰਕੀ ਨੂੰ ਹੰਕਾਰੀ ਹੋਇਆ ਦੇਖ ਕੇ ਗੁੱਸੇ ਵਿੱਚ ਹੀ ਆ ਗਿਆ। ਇੱਕ ਔਰ ਪੁਰਖ ਬਨਾਇ, ਫਿਰ ਇਹਦਾ ਹੰਕਾਰ ਨਾਸ਼ ਕਰਨੇ, ਇਹਨੂੰ ਖਤਮ ਕਰਨ ਵਾਸਤੇ ਉਹ ਅਕਾਲ ਪੁਰਖ ਨੇ ਇੱਕ ਹੋਰ ਪੁਰਖ ਬਣਾਇਆ ਹੈ, ਉਹ ਮਾਂ ਮਹਿੰਦੀ ਬਣਾਇਆ। ਰਚ ਅਸ ਮਹਿਦੀ ਮੀਰ, ਉਹ ਕੀ ਹੈ ਜਿਹੜਾ ਜਿਹਦਾ ਨਾਮ ਸੀ ਮਾਂ ਮਹਿੰਦੀ, ਕਹਿੰਦੇ ਉਹ ਰਚਦਾ, ਉਹ ਬਣਾ ਲਿਆ ਹੈ ਐਸਾ ਪੁਰਖ। ਰਿਸ਼ਵੰਤ ਹਾਠ ਹਮੀਰ, ਹਾਂ ਰਿਸ਼ਵੰਤ ਉਹ ਬੜਾ ਗੁੱਸੇ ਵਾਲਾ ਮਾਂ ਮਹਿੰਦੀ ਹੈ ਤੇ ਬੜਾ ਹਠੀਆ ਹੈ, ਤੇ ਹਮੀਰ ਬੜਾ ਜ਼ੋਰਾਵਰ ਹੈ। ਤੇਹ ਤੌਨ ਕੋ ਵੱਧ ਕੀਨ, ਉਹ ਜਿਹੜਾ ਮਾਂ ਮਹਿੰਦੀ ਹੈ ਮੁਸਲਮਾਨਾਂ ਦੇ ਵਿੱਚੋਂ ਪੈਦਾ ਹੋਇਆ ਨਾ, ਉਹਨੇ ਕਹਿੰਦੇ ਕਲਕੀ ਨੂੰ ਮਾਰਤਾ ਹੈ ਫੜ ਕੇ। ਪੁਨ ਆਪ ਕੋ ਮੋਹ ਕੀ ਲੀਨ, ਫਿਰ ਇਸ ਤਰ੍ਹਾਂ ਮਾਰ ਕੇ ਆਪਣੇ ਆਪ ਦੇ ਵਿੱਚ ਲੀਨ ਕਰ ਲਿਆ, ਉਹਨੂੰ ਸਮਾਪਤ ਕਰ ਲਿਆ। ਜਗ ਜੀਤ ਆਪਨ ਕੀਨ, ਸੰਸਾਰ ਨੂੰ ਜਿੱਤ ਕੇ ਮਾਂ ਮਹਿੰਦੀ ਨੇ ਆਪਣੇ ਅਧੀਨ ਕਰ ਲਿਆ। ਸਭ ਅੰਤ ਕਾਲ ਅਧੀਨ, ਮਹਾਰਾਜ ਕਹਿੰਦੇ ਹੁਣ ਤਾਂ ਅਖੀਰ ਨੂੰ ਤਾਂ ਸਾਰੇ ਕਾਲ ਦੇ ਅਧੀਨ ਹੀ ਹੈ, ਭਾਵੇਂ ਮਾਂ ਮਹਿੰਦੀ ਆ ਭਾਵੇਂ ਕਲਕੀ ਹੈ। ਇਹ ਭਾਂਤ ਪੂਰਨ ਸੁਧਾਰ, ਮਹਾਰਾਜ ਕਹਿੰਦੇ ਇਸ ਤਰ੍ਹਾਂ ਕਲਕੀ ਨੇ ਆਪਣੇ ਸਮੇਂ ਅਨੁਸਾਰ ਸੰਸਾਰ ਦਾ ਪੂਰਨ ਸੁਧਾਰ ਕੀਤਾ। ਭਏ 24 ਅਵਤਾਰ, ਇਹ ਵਿਸ਼ਨੂੰ ਦੇ 24 ਅਵਤਾਰ ਜਿਹੜੇ ਇਸ ਤਰ੍ਹਾਂ ਹੋਏ ਹੈ, ਉਹਨਾਂ ਵਿੱਚੋਂ ਇਹ ਕਲਕੀ 24 ਹੋਣਾ, ਬਾਕੀ 23 ਹੋ ਚੁੱਕੇ ਹਨ। ਇਹ ਕਲਕੀ ਅਵਤਾਰਾਂ ਦਾ ਪ੍ਰਸੰਗ ਇੱਥੇ ਪੂਰਾ ਹੋ ਗਿਆ। ਇਤ ਸ੍ਰੀ ਬਚਿੱਤਰ ਨਾਟਕੇ ਗ੍ਰੰਥੇ ਚਤਰ 20ਵਾਂ ਅਵਤਾਰ ਵਰਣਨੰ ਸਮਾਪਤ। ਇਤੀ ਹੋਇਆ ਸਵਾਏ ਮਾਨ ਤਰ੍ਹਾਂ ਦੇ ਨਾਟਕ ਪ੍ਰਸੰਗਾਂ ਵਾਲਾ ਗ੍ਰੰਥ, ਜਿਹਦੇ ਵਿੱਚ 4 ਤੇ 20 24 ਅਵਤਾਰ ਦੀ ਕਥਾ ਦਾ ਜਿਹੜਾ ਵਰਣਨ ਹੋਇਆ, ਉਹ ਇੱਥੇ ਵਰਣਨ ਜਿਹੜਾ ਕਥਨ ਹੈ ਉਹ ਸਮਾਪਤ ਹੋ ਗਿਆ ਹੈ। ਤੋਮਰ ਛੰਦ ਇਹ ਭਾਂਤ ਕਹਿ ਤਿਹ ਨਾਸ, ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਕਲਕੀ ਹੈ ਉਹਦਾ ਮਾਂ ਮਹਿੰਦੀ ਨੇ ਨਾਸ ਕਰ ਦਿੱਤਾ। ਕੀਏ ਸਤਜੁਗ ਪ੍ਰਗਾਸ, ਜਿਹੜਾ ਸਤਜੁਗ ਦਾ ਸਮਾਂ ਉਹਦਾ ਪ੍ਰਕਾਸ਼ ਕਰ ਦਿੱਤਾ, ਸਤਜੁਗ ਦਾ ਸਮਾਂ ਸ਼ੁਰੂ ਹੋ ਗਿਆ। ਕਲਯੁਗ ਸਰਬ ਬਿਹਾਨ, ਇਹ ਕਲਕੀ ਦੇ ਮਰਨ ਨਾਲ ਹੀ ਕਲਯੁਗ ਦਾ ਸਮਾਂ ਸਾਰਾ ਕਹਿੰਦੇ ਬਿਹਾਨ ਬੀਤ ਗਿਆ, ਗੁਜ਼ਰ ਗਿਆ, ਲੰਘ ਗਿਆ, ਖਤਮ ਹੋ ਗਿਆ। ਨਿਜ ਜੋਤ ਜੋਤ ਸਮਾਨ, ਜਿਹੜੀ ਉਹਦੀ ਜੋਤ ਸੀ ਉਹ ਆਪਣੇ ਵਿੱਚ ਸਮਾ ਗਈ, ਆਪਣਾ ਆਤਮਾ ਆਪਣੇ ਸਵੈ ਸਰੂਪ ਵਿੱਚ ਹੀ ਲੀਨ ਹੋ ਗਿਆ। ਮਹਿਤੀ ਭਰਿਓ ਤਬ ਗਰਭ, ਉਹ ਕਲਕੀ ਨੂੰ ਮਾਰਨ ਕਰਕੇ ਫਿਰ ਜਿਹੜਾ ਮਾਂ ਮਹਿੰਦੀ ਸੀ ਉਹਨੂੰ ਬੜਾ ਹੰਕਾਰ ਵੱਧ ਗਿਆ, ਭਰ ਗਿਆ। ਜਗ ਜੀਤਿਓ ਜਬ ਸਰਬ, ਜਦੋਂ ਸਾਰੇ ਸੰਸਾਰ ਨੂੰ ਉਹਨੇ ਜਿੱਤ ਲਿਆ, ਅਧੀਨ ਕਰ ਲਿਆ, ਫਿਰ ਉਹਨੂੰ ਹੰਕਾਰ ਵਧਿਆ ਹੈ। ਸਿਰ ਅਤਰ ਪਤਰ ਫਿਰਾ, ਕਿਉਂਕਿ ਮਾਂ ਮਹਿੰਦੀ ਨੇ ਆਪਣੇ ਸਿਰ ਤੇ ਚੌਰ ਛਤਰ ਫਿਰਾਇਆ। ਜਗ ਜੇਰ ਕੀਨ ਬਨਾ, ਬਣਾ ਸਵਾਰ ਕੇ ਸਾਰੇ ਸੰਸਾਰ ਨੂੰ ਜੇਰ ਕੀਏ ਬਸ ਕਰ ਲਿਆ, ਅਧੀਨ ਕਰ ਲਿਆ। ਬਿਨ ਆਪ ਜਾਣ ਨ ਔਰ, ਇਹ ਵੀ ਕਲਪੀ ਹੰਕਾਰ ਗਿਆ, ਆਪਣੇ ਤੋਂ ਬਗੈਰ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਹੈ। ਸਭ ਰੂਪ ਔ ਸਭ ਠੌਰ, ਸਾਰਿਆਂ ਰੂਪਾਂ ਵਿੱਚ ਸਾਰਿਆਂ ਥਾਵਾਂ ਵਿੱਚ ਜਿਹੜਾ ਪਰਮੇਸ਼ਰ ਲੀਨ ਹੈ
ਉਹਨੂੰ ਛੱਡ ਕੇ ਕਹਿੰਦੇ ਮੈਥੋਂ ਗੈਰ ਹੋਰ ਕਿਹੜਾ ਹੈ ਤੇ ਜਿਨ ਏਕ ਦਿਸ਼ਟ ਨ ਆਨ। ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਵੱਲੋਂ ਬਚਨ ਕਹਿੰਦੇ ਆ ਵੀ ਭਾਈ ਜਿਨ੍ਹਾਂ ਨੇ ਵੀ ਭਾਵੇਂ ਮਾਂ ਮਹਿੰਦੀ ਆ, ਭਾਵੇਂ ਕਲਕੀ ਆ ਜਾਂ ਕੋਈ ਹੋਰ ਹੈ, ਜਿਨ੍ਹਾਂ ਨੇ ਇੱਕ ਪਰਮੇਸ਼ਰ ਤੋਂ ਬਗੈਰ ਹੋਰ ਨੂੰ ਨਹੀਂ ਜਾਣਿਆ ਹੈ, ਤਿਸ ਲੀਨ ਕਾਲ ਨਿਦਾਨ। ਉਹਨੂੰ ਕਹਿੰਦੇ ਅਖੀਰ ਕਾਲ ਨੇ ਲੀਨ ਕਰ ਲਿਆ, ਕਾਲ ਨੇ ਅਧੀਨ ਕਰ ਲਿਆ, ਉਹਨੂੰ ਮੌਤ ਨੇ ਮਾਰ ਲਿਆ। ਜਿਹੜਾ ਕੋਈ ਪਰਮੇਸ਼ਰ ਨੂੰ ਨਹੀਂ ਨਾ ਜਾਣਦਾ, ਆਪੇ ਹੀ ਬਣ ਬਹਿੰਦਾ, ਉਹਨੂੰ ਕਾਲ ਅਧੀਨ ਕਰ ਲੈਂਦਾ ਹੈ, ਕਿ ਨੂੰ ਮਾਰ ਲੈਂਦਾ ਹੈ। ਬਿਨ ਏਕ ਦੂਸਰ ਨਾਹਿ। ਸਭ ਰੂਪ ਸਭ ਰੰਗ ਰੂਪਨ ਮਾਹਿ। ਸਾਰਿਆਂ ਰੰਗਾਂ ਵਿੱਚ, ਸਾਰਿਆਂ ਰੂਪਾਂ ਆਕਾਰਾਂ ਵਿੱਚ ਉਹੀ ਹੈ। ਉਸ ਇੱਕ ਤੋਂ ਬਗੈਰ और सारिया रंगा रूपां विच कोई नहीं है दूसरा। जिन एक को ना पछान। महाराज कहते हैं खालसा जी, जिन्हां ने एक अकाल पुरख नूं नहीं जान पछाणिया है, तेह वृथा जन्म बितान। उन्हें तो अपना मनुखा जन्म में व्यर्थ ही बिता लिया, व्यतीत करा लिया, खत्म कर लिया। बिन एक दूसर न और। क्योंकि एक परमेश्वर तो बगैर होर तां कोई दूसरा है ही नहीं है। जल बाथले सब ठौर। वो जलां विच भी है, मारू थलां विच भी है, गल की सारियां थावां विच वो परमेश्वर है, उस तो बगैर होर कोई दूसरा है नहीं है। जिन एक सत न जान। है खालसा जी, जिन्हां ने एक अकाल पुरख नूं सत करके सदा ठहर रहन वाला करके नहीं ना जानिया है। सो जून जून प्रमाण। वो तो फिर भावें किन्ना महान है, जूना जूना विच ही भरमदा रहिंदा है मनुख। तज एक न जाना दूज। हाँ, जिन्हां ने एक नूं छड्ड के होर नूं दूसरे नूं नहीं जानिया है। मम जान तास न सूझ। हाँ, महाराज कहंदे अपने बल्लों कि मैं जानदा हाँ भी ओनू कोई नहीं सुझदा, ओनू कोई और सोझी वाला नहीं है। जिन्हें एक नू नहीं जानिया है, मैं जानदा हाँ उसनू कहंदे कोई सूझ बूझ नहीं, समझ नहीं, वो बेसमझ मनुख है। जिहड़ा एक नू समझदा भी सारे ओही सोझी समझ वाला है। मैं जानदा समझदा हाँ, उन्हें कोई सूझ बूझ नहीं, अकल मौत नहीं है। जिहड़ा एक परमेश्वर नूं छड्ड के होर दूजिआं नूं समझी बैठा, दूजिआं नूं जानदा भी ये भी रब है। तेह दुख भूख प्यास। महाराज कहंदे जिहड़ा रब नूं छड्ड के दूजिआं नूं कहंदा ये भी महान है, कहंदे ओनू दुख ते भुख ते बड़ी प्यास सताउंदी, तंग करदी है। दिन रैन सर्ब उदास। वो ऐसा मनुख जिहड़ा परमेश्वर नूं छड्ड के दूजिआं नूं पूजदा, दूजिआं नूं मान कहंदा है, वो दिन होवे रात होवे सारे समयां विच उदास ही रहिंदा, मुरझाया ही रहिंदा है। नह चैन ऐन सो वाहे। ऐसे पुरुष नूं कहंदे कदे भी जिंदगी विच ना कोई सुख होगा ना आराम होगा। ये तो जिहड़ा अकाल पुरख दा उपासक एक नूं मनण वाला है वो सुखी होगा। थां थां ते भटकण वाला मुल्क सुखी ते आराम नहीं हुंदा है। नित रोग होवत ताहे। कहते हमेशा उन्होंने कोई रोग लगा ही रहिंदा, रोगी रहिंदा है हमेशा। एक रोग लथा दूजा लग जाऊगा, जिहड़ा परमेश्वर नूं छड्ड के होर नूं मन्नू पूजूगा। नित दुख भूख मरंत। महाराज कहंदे जिहड़ा एक नूं छड्ड के होर नूं मन्नूगा हमेशा भुख दुख नाल ही मरूगा। नह चैन द्योस बितंत। दिन है सुख आराम नाल नहीं बीतेगा, दुखा नाल ही ये दिन बीतेगा। तन पाद कुष्ट चलंत। हाँ, परमेश्वर नूं छड्ड के जिहड़ा होरनां नूं मन्नूगा उहनूं आ दंड मिलूगा रब वल्लों। कहंदे शरीर दे
ਪੈਰਾਂ ਤੇ ਉਹਦੇ ਕੋੜ ਚੱਲ ਪਏਗਾ, ਕੋੜੀ ਹੋ ਜਾਊਗਾ। ਪਪ ਗਲਤ ਨਿਤ ਗਲੰਤ। ਸਰੀਰ ਉਹਦਾ ਕਹਿੰਦੇ ਇਸ ਤਰ੍ਹਾਂ ਕੋੜ ਦੇ ਨੋਗ ਨੂੰ ਹਮੇਸ਼ਾ ਗਲਦਾ ਹੀ ਗਲਦਾ ਰਹੇਗਾ। ਨਹਿ ਨਿਤ ਦੇਹ ਅਰੋਗ। ਕਹਿੰਦੇ ਕਦੇ ਵੀ ਹਮੇਸ਼ਾ ਉਹਦਾ ਸਰੀਰ ਨਿਰੋਗ ਨਹੀਂ ਰਹੂਗਾ। ਨਿਤ ਪੁੱਤਰ ਪੌਤਰਨ ਸੋਗ। ਹਮੇਸ਼ਾ ਪੁੱਤਰਾਂ ਪੋਤਰਾਂ ਕਰਕੇ ਸੋਗ ਬਣਿਆ ਰਹੂ। ਕਿਸੇ ਪੋਤਰੇ ਕਰਕੇ, ਕਿਤੇ ਪੁੱਤਰ ਕਰਕੇ ਸ਼ੋਗਾਂ ਵਿੱਚ ਉਹ ਡੁੱਬਿਆ ਰਹੂਗਾ। ਨਿਤ ਨਾਸ ਤੇ ਪਰਿਵਾਰ। ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹਦਾ ਪਰਿਵਾਰ ਕੋਈ ਨਾ ਕੋਈ ਮਰਦਾ ਹੀ ਰਹੂ। ਘਰ ਦਾ ਜੀ ਜੰਤ ਰੋਗ ਸ਼ੋਗ ਕਰਕੇ ਖਤਮ ਹੁੰਦਾ ਰਹੂ, ਮਰਦਾ ਰਹੂਗਾ। ਨਹਿ ਅੰਤ ਦੇਹ ਉਦਾਰ। ਜਿਹੜਾ ਪਰਮੇਸ਼ਰ ਤੋਂ ਬਗੈਰ ਹੋਰਨਾਂ ਨੂੰ ਮੰਨੂਗਾ ਉਹਦਾ ਅੰਤ ਦੇ ਸਮੇਂ ਕਹਿੰਦੇ ਅਖੀਰ ਤੇ ਉਦਾਰ ਨੂੰ ਹੋਊਗਾ। ਉਹ ਜੰਮਣ ਮਰਨ ਵਿੱਚ ਪਊ, ਨਰਕਾਂ ਵਿੱਚ ਡੁੱਬੂਗਾ। ਨਿਤ ਰੋਗ ਸੋਗ ਗ੍ਰਸੰਤ। ਹਮੇਸ਼ਾ ਕਹਿੰਦੇ ਰੋਗਾਂ ਸੋਗਾਂ ਵਿੱਚੋਂ ਫੜਿਆ ਰਹੂ, ਗਰਸਿਆ ਰਹੂ ਪੁਰਸ਼। ਮ੍ਰਿਤ ਸਵਾਨ ਅੰਤ ਮਰੰਤ। ਮਹਾਰਾਜ ਕਹਿੰਦੇ ਇਹ ਸੱਚ ਜਾਣੋ ਖਾਲਸਾ ਜੀ, ਜਿਹੜਾ ਪਰਮੇਸ਼ਰ ਤੋਂ ਬਗੈਰ ਹੋਰ ਨੂੰ ਪੂਜੂਗਾ ਅੰਤ ਨੂੰ ਕੁੱਤੇ ਦੀ ਮੌਤ ਮਰੂਗਾ। ਤਬ ਜਾਨ ਕਾਲ ਪ੍ਰਵੀਨ। ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਸਭ ਤੋਂ ਸਿਆਣਾ ਕਾਲ ਪੁਰਖ ਉਹਨੇ ਜਾਣਿਆ ਵੀ ਇਹ ਮਾਮੇ ਨੂੰ ਮੈਂ ਪੈਦਾ ਕੀਤਾ ਸੀ, ਇਹਨੂੰ ਬਲ ਦਿੱਤਾ ਸੀ, ਇਹਨੇ ਕਲਕੀ ਨੂੰ ਮਾਰ ਲਿਆ, ਹੁਣ ਇਹਨੂੰ ਹੰਕਾਰ ਹੋਰ ਪਿਆ ਹੈ। ਅਕਾਲ ਪੁਰਖ ਨੇ ਜਾਣ ਲਿਆ ਹੈ। ਤੇ ਮਾਰਿਓ ਕਰ ਦੀਨ। ਫਿਰ ਪਰਮੇਸ਼ਰ ਇਹਨੂੰ ਬੜਾ ਦੀਨ ਜਾ ਕਰਕੇ, ਬਹੁਤ ਦੁਖੀ ਜਾ ਕਰਕੇ ਮਾਰਿਆ, ਤਰਸਾ ਕੇ ਮਾਰਿਆ ਹੈ। ਇੱਕ ਕੀਟ ਦੀਨ ਉਪਾਇ। ਇਹਨੂੰ ਮਾਰਨ ਵਾਸਤੇ ਕੀ ਕੀਤਾ? ਪਰਮੇਸ਼ਰ ਨੇ ਇੱਕ ਕੰਨ ਖਜੂਰਾ ਜਾਂ ਕੀੜਾ ਪੈਦਾ ਕਰ ਦਿੱਤਾ। ਤਿਸ ਕਾਨ ਪੈਠੋ ਜਾ। ਉਹ ਕੰਨ ਖਜੂਰੇ ਕੀੜੇ ਨੂੰ ਕਿਹਾ ਵੀ ਆ ਜਿਹੜਾ ਮਾਮੇ ਦੀ ਹੈ ਨਾ ਇਹਦੇ ਕੰਨ ਵਿੱਚ ਵੜ ਜਾ ਤੂੰ। ਧਸ ਕੀਟ ਕਾਨਨ ਬੀਚ। ਉਹ ਕੰਨ ਖਜੂਰੇ ਨੇ ਅਕਾਲ ਪੁਰਖ ਦਾ ਹੁਕਮ ਸੁਣ ਕੇ ਉਹ ਮਾਮੇ ਜੀ ਦੇ ਕਹਿੰਦੇ ਕੰਨਾਂ ਵਿੱਚ ਜਾ ਤੁਸਿਆ, ਜਾ ਪੜਿਆ। ਤਿਸ ਜੀਤਿਓ ਜਿਮ ਨੀਚ। ਜਿਵੇਂ ਕਹਿੰਦੇ ਕੋਈ ਕਮਜ਼ੋਰ ਜਿਹਨੂੰ ਪੁਰਸ਼ ਨੂੰ ਜਿੱਤ ਲਈਦਾ ਹੁੰਦਾ ਹੈ, ਉਹ ਕਹਿੰਦੇ ਉਹਨੂੰ ਜਿੱਤ ਲਿਆ, ਉਹਨੂੰ ਕਾਬੂ ਕਰ ਲਿਆ। ਕੰਨ ਖਜੂਰੇ ਨੇ ਲੈ, ਕੰਨ ਖਜੂਰਾ ਕੋਈ ਚੀਜ਼ ਹੈ? ਬਹੁ ਭਾਂਤ ਦੇ ਦੁੱਖ ਤਾਹਿ। ਕੰਨ ਵਿੱਚ ਵੜ ਕੇ ਗਾਂ ਨੱਕ ਵਿੱਚ ਆ ਗਿਆ, ਦਿਮਾਗ ਵਿੱਚ ਚਲਿਆ ਗਿਆ, ਤੇ ਬਹੁਤ ਤਰ੍ਹਾਂ ਕਰਕੇ ਉਹ ਕੰਨ ਖਜੂਰੇ ਨੇ ਮਾਮੇ ਦੀ ਨੂੰ ਦੁੱਖ ਦਿੱਤਾ। ਇਹ ਭਾਂਤ ਮਾਰਿਓ ਵਾਹਿ। ਇਸ ਤਰ੍ਹਾਂ ਜਿਹੜਾ ਮਾਮੇ ਦੀ ਹੰਕਾਰੀ ਹੋ ਗਿਆ ਸੀ, ਉਸਨੂੰ ਕਹਿੰਦੇ ਅਕਾਲ ਪੁਰਖ ਦੀ ਆਗਿਆ ਨਾਲ ਇਹ ਕੰਨ ਖਜੂਰੇ ਨੇ ਕਹਿੰਦੇ ਦੁਖੀ ਕਰਕੇ ਮਾਰ ਮੁਕਾਇਆ। ਇਤ ਮਹਿਦੀ ਮੀਰ ਬਦ। ਇਤੇ ਹੋਇਆ ਜਿਵੇਂ ਮਾਂ ਮਹਿੰਦੀ ਪੀ ਜਿਹੜਾ ਇਹ ਅਖੀਰ ਤੇ ਕਲਕੀ ਨੂੰ ਮਾਰਨ ਵਾਲਾ, ਉਹਨੂੰ ਉਹ ਜਿਵੇਂ ਵੱਧ ਕੇ ਮਾਰਿਆ ਕੰਨ ਖਜੂਰੇ ਨੇ, ਉਹ ਪ੍ਰਸੰਗ ਇੱਥੇ ਸਮਾਪਤ ਹੋਇਆ। ਜਾਣੀ ਕਲਕੀ ਨੂੰ ਕਿਹਨੇ ਮਾਰਿਆ ਇਹ ਭਵਿਸ਼ਯ ਪੁਰਾਣ ਵਿੱਚ ਨਹੀਂ ਲਿਖਿਆ, ਤੇ ਇਸ ਤਰ੍ਹਾਂ ਜਿਹਨੇ ਮਾਰਿਆ ਦਾ ਨਾਂ ਨਹੀਂ ਲਿਖਿਆ। ਜਿਹਦਾ ਨਾਂ ਅੱਗੇ ਉਹ ਜਿਹਨੇ ਕਲਕੀ ਨੂੰ ਮਾਰਿਆ ਤੇ ਮਾਂ ਮਹਿੰਦੀ ਜਿਹੜਾ ਸੀ ਉਹਨੂੰ ਕਿਹਨੇ ਮਾਰਿਆ ਇਹ ਨਹੀਂ ਲਿਖਿਆ ਕਿਤੇ। ਇਹ ਪ੍ਰਸੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਵੱਲੋਂ ਲਿਖ ਕੇ ਸਾਨੂੰ ਬਖਸ਼ ਦਿੱਤਾ। ਇਹਦੇ ਨਾਲ ਹੀ ਇਹ ਕਲਕੀ ਅਵਤਾਰ ਦੀ ਕਥਾ ਇੱਥੇ ਅਜੇ ਸਮਾਪਤ ਹੋ ਗਈ। ਇਦੋਂ ਬਾਅਦ ਇਹ ਤਾਂ ਨਾ ਵਿਸ਼ਨੂੰ ਦੇ ਸਮੇਂ ਸਮੇਂ ਅਨੁਸਾਰ 24 ਅਵਤਾਰ ਹੋਏ ਆ, ਜਿਨ੍ਹਾਂ ਵਿੱਚੋਂ 23 ਹੋ ਚੁੱਕੇ ਹੈ ਤੇ 24ਵਾਂ ਹੋਣਾ ਅਖੀਰ ਤੇ। ਇਹ ਤੋਂ ਬਗੈਰ ਬ੍ਰਹਮਾ ਦੇ ਵੀ ਅਵਤਾਰ ਹੈ ਸਮੇਂ ਸਮੇਂ ਅਨੁਸਾਰ। ਸ਼ਿਵ ਜੀ ਦੇ ਵੀ ਅਵਤਾਰ ਹੋਏ ਹੈ। ਉਹਨਾਂ ਦੀ ਗਾਥਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਰਾਹੀਂ ਸਾਨੂੰ ਉਹ ਉਚਾਰਨ ਕਰਕੇ ਬਖਸ਼ੀ ਹੈ। ਹੁਣ ਕੱਲ੍ਹ ਦੇ ਦੀਵਾਨ ਵਿੱਚ ਬ੍ਰਹਮਾ ਦੇ ਅਵਤਾਰ ਕਿਹੜੇ ਕਿਹੜੇ ਹੋਏ ਉਹ ਨੰਬਰਵਾਰ ਦੀਵਾਨਾਂ ਵਿੱਚ ਪ੍ਰਸੰਗ ਆਉਣਗੇ। ਉਹਨਾਂ ਦੀ ਵੀ ਆਪਾਂ ਵਾਕਫੀਅਤ ਪ੍ਰਾਪਤ ਕਰਾਂਗੇ। ਆਪਾਂ ਨੂੰ ਹੁਣ ਪੁਰਾਣ ਪੜ੍ਹਨ ਦੀ ਕੋਈ ਲੋੜ ਨਹੀਂ ਰਹੂਗੀ। ਪੁਰਾਣਾਂ ਦੇ ਸਾਰੇ ਪ੍ਰਸੰਗ ਦਸਮ ਗ੍ਰੰਥ ਦੀ ਕਥਾ ਸੁਣਨ ਨਾਲ ਸਾਨੂੰ ਇਹ ਸਮਝ ਲਓ ਅਸੀਂ ਪੜ੍ਹ ਲਏ ਤੇ ਸੁਣ ਲਏ।
थोड़ा विचार, ये प्रसंग भी पूरा हो गया, उधर समा भी पूरा हो गया, इतनी ਆਪਾਂ समाप्ति करिए। ਧਸ ਕੀਟ ਕਾਨਨ ਬੀਚ ਤਿਸ ਜੀਤਿਓ ਜਿਮ ਨੀਚ ਬਹੁ ਭਾਂਤ ਦੇ ਦੁਖ ਤਾਹਿ ਇਹ ਭਾਂਤ ਮਾਰਿਓ ਵਾਹਿ ਇਤ ਮਹਿਤੀ ਮੀਰ ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अघनाश, हे पूरन हे सर्वमय दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जंके सदा विवेक, हे अपरंपर हर हरे, है पी हो बनहार, हे संतां कै सदा संग निधाराया धार, हे ठाकुर हाँ दासरो, मैं निर्गुण गुण नहीं कोय, नानक दीजै नाम दान, रखो ही है परोय। आए प्रभु शरणागति, कृपा निध दयाल, एक अखर हर मन वसत, नानक होत निहाल। वाहिगुरु नाम जहाज है, चढ़े सो तरे पार, जो सरदा कर सेवंदे, गुरु पारे उतारनहार, जो सरदा कर सेवंदे,